ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਧਰਨ ਗਗਨ ਨਵਖੰਡ ਮਹਿ, ਜੋਤ ਸਵਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਔਰ ਨਵਾਜੀ, ਗੁਰੂ ਪਿਆਰੀ ਗੁਰੂ ਖਾਲਸਾ ਸੰਗਤ ਜੀਓ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਜੋ ਸਤਿਗੁਰਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਕੁਝ ਸਮਾਂ ਪਹਿਲਾਂ ਆਰੰਭ ਕਰਵਾਈ ਹੈ, ਸੋ ਲੜੀਵਾਰ ਚੱਲ ਰਹੀ ਹੈ। ਸਤਿਗੁਰੂ ਦੀ ਬੜੀ ਰਹਿਮਤ ਹੈ, ਤਰਸ ਹੈ ਸਾਡੇ ਤੇ। ਸਤਿਗੁਰੂ ਜੀ ਦਾ ਬੜੀ ਦਇਆ ਹੈ। ਸੋ ਕੁੱਲ 10 ਅਸ਼ਟਪਦੀਆਂ ਤੱਕ ਸਾਡੀ ਵਿਚਾਰ ਜੋ ਹੁਣ ਤੱਕ ਹੋ ਚੁੱਕੀ ਹੈ। ਸੋ ਆਓ ਕੱਲ੍ਹ ਜਿੱਥੇ ਇਸ 11ਵੀਂ ਅਸ਼ਟਪਦੀ ਦੀ ਅਸੀਂ ਚੌਥੇ ਪਦੇ 'ਤੇ ਵਿਚਾਰ ਛੱਡੀ ਸੀ, ਉੱਥੋਂ ਅਸੀਂ ਵਿਚਾਰ ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਪ੍ਰਾਰੰਭ ਕਰਦੇ ਹਾਂ। ਵਾਹਿਗੁਰੂ ਸਾਹਿਬ ਜੀ। ਇਸਕਾ ਬਲ ਨਾਹੀ ਇਸ ਹਾਥ, ਇਹ ਜਿਹੜਾ ਜੀਵ ਅਲਪੱਗ ਹੈ, ਇਹਦਾ ਬਲ ਆਪਣੇ ਮੁਕਤ ਹੋਣ ਦਾ, ਆਪਣੇ ਛੁੱਟਣ ਦਾ, ਆਪਣੀ ਪਰਵਰ ਲੋਕਤਾਈ ਕਰਨ ਦਾ। ਇਹ ਜ਼ੋਰ ਇਹਦੇ ਆਪਦੇ ਹੱਥ ਵਿੱਚ ਨਹੀਂ ਹੈ, ਭਾਵ ਇਸ ਦੇ ਅਧੀਨ ਨਹੀਂ ਹੈ। ਕਰਨ ਕਰਾਵਨ ਸਰਬ ਕੋ ਨਾਥ, ਭਾਈ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ, ਕਰਾਉਣ ਵਾਲਾ, ਸਰਬ ਕਾ ਸੁਆਮੀ ਆਪ ਹੈ ਵਾਹਿਗੁਰੂ। ਆਗਿਆਕਾਰੀ ਬਪਰਾ ਜੀਓ, ਇਹ ਬਪਰਾ ਜੀਵ ਤਾਂ ਆਗਿਆਕਾਰੀ ਹੈ। ਹਰ ਵਕਤ ਜਿਵੇਂ ਹੁਕਮ ਹੁੰਦਾ ਹੈ, ਮਾਇਆ ਜਿਹੜੀ ਆਗਿਆਕਾਰੀ ਹੈ ਉਹਦੇ 'ਚ ਫਸਿਆ ਹੈ, ਆਗਿਆਕਾਰੀ ਹੋ ਰਿਹਾ ਤੁਛ ਜੀਵ ਜਿਹੜਾ ਹੈ ਇਹ ਬਪਰਾ ਵਿਚਾਰਾ। ਜੋ ਤਿਸ ਭਾਵੈ ਸੋਈ ਫੁਨ ਥੀਓ, ਭਾਈ ਜੋ ਤਿਸ ਭਾਵੈ, ਜੋ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਪਾਉਂਦਾ ਹੈ ਉਹ ਹੀ ਹੁੰਦਾ ਹੈ। ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਹੈ ਹੁੰਦਾ ਹੈ, ਅਤੇ ਪੁਨः ਫਿਰ ਜਿਹੜਾ ਉਸ ਨੂੰ ਪਾਵੇਗਾ ਉਹੀ ਹੋਵੇਗਾ। ਕਬਹੂ ਊਚ ਨੀਚ ਮਹਿ ਬਸੈ, ਵੇਖੋ ਪ੍ਰਾਲਬਧ ਦਾ ਪ੍ਰੇਰਿਆ ਹੋਇਆ ਕਦੇ ਉੱਚੇ ਪੁਰਖਾਂ ਦੀ ਸੰਗਤ 'ਚ ਵਸਦਾ ਹੈ, ਕਦੇ ਉੱਚੇ ਹੰਕਾਰ ਦੇ ਨਾਲ ਸਵਰਗ ਆਦਿਕਾਂ 'ਚ ਵਸਦਾ ਹੈ, ਕਦੇ ਨੀਵੇਂ ਨਰਕ ਆਦਿਕਾਂ 'ਚ ਵਸਦਾ ਹੈ, ਕਦੇ ਉੱਚੀ ਸੰਗਤ ਵਿੱਚ ਵਸ ਕਰਕੇ, ਪੁੰਨੀ ਪੁਰਖਾਂ ਵਿੱਚ ਵਸਣ ਕਰਕੇ ਪੁੰਨੀ ਕਹਾਉਂਦਾ ਹੈ, ਕਦੇ ਨੀਵੇਂ ਪਾਪੀ ਪੁਰਖਾਂ ਦੀ ਸੰਗਤ ਕਰਕੇ ਨੀਚ ਕਹਾਉਂਦਾ ਹੈ, ਪਾਪੀ ਕਹਾਉਂਦਾ ਹੈ। ਕਬਹੂ ਸੋਗ ਹਰਖ ਰੰਗ ਹਸੈ, ਇੱਥੇ ਅਸੀਂ ਜਿਤਨੇ ਵੀ ਸ਼ਬਦ ਆਏ ਜ਼ਿਆਦਾਤਰ ਕਬਹੂ ਆਏ ਹਨ।
ਕਬ ਹੂੰ ਨਹੀਂ ਆਏ, ਕਿਉਂਕਿ ਜੇ ਟਿੱਪੀ ਹੋਵੇ ਹਾਹੇ ਉੱਪਰ ਫੇ ਨੱਕ ਵਿੱਚ ਬੋਲਾਂਗੇ ਕਬ ਹੂੰ। ਹੁਣ ਨੱਕ 'ਚ ਨਹੀਂ ਬੋਲਣਾ, ਹੁਣ ਕਬ ਹੂ। ਸਤਿਗੁਰੂ ਫਰਮਾਉਂਦੇ ਭਾਈ, ਕਬਹੂ ਸੋਗ ਹਰਖ ਰੰਗ ਹੱਸੈ। ਕਦੇ ਪਦਾਰਥਾਂ ਦੇ ਮਿਲਣੇ ਕਰਕੇ ਬੜਾ ਖੁਸ਼ ਹੁੰਦਾ ਏ ਜੀਵ, ਹੱਸਦਾ ਹੈ। ਕਦੇ ਸੋਗ ਦਾ ਰੰਗ ਚੜ੍ਹ ਜਾਂਦਾ ਇਸ ਨੂੰ, ਰੋਂਦਾ ਹੀ ਰੋਂਦਾ ਰਹਿੰਦਾ ਹੈ। ਹਰ ਵਕਤ ਸੋਗ 'ਚ ਪਿਆ ਹੋਇਆ ਜਦੋਂ ਪਦਾਰਥਾਂ ਦਾ ਵਿਜੋਗ ਹੋ ਜਾਵੇ। ਕਬਹੂ ਨਿੰਦ ਚਿੰਦ ਵਿਵਹਾਰ। ਕਦੇ ਨਿੰਦਿਆ ਹੀ ਕਰਦਾ ਰਹਿੰਦਾ ਸਾਰਾ ਦਿਨ, ਕਦੇ ਨਿੰਦਿਆ ਹੀ ਹੁੰਦੀ ਰਹਿੰਦੀ ਹੈ। ਕਦੇ ਉਸਤਤੀ ਕਰਨ 'ਚ ਐਵੇਂ ਝੋਲੀ ਚੁੱਕਦਾ ਰਹਿੰਦਾ ਹੈ, ਕਦੇ ਆਪਣੀ ਉਸਤਤੀ ਕਰਾਉਣ ਦੇ ਵਿਹਾਰ 'ਚ ਹੀ ਪਿਆ ਰਹਿੰਦਾ ਹੈ। ਐਸੇ ਕਾਰਜਾਂ ਦੇ ਵਿੱਚ ਇਹ ਲੱਗਾ ਰਹਿੰਦਾ ਹੈ। ਕਬਹੂ ਊਬ ਆਕਾਸ ਪਇਆਲ। ਕਦੇ ਭਾਈ ਊਬ ਉੱਚਾ ਆਕਾਸ਼ 'ਚ ਚੜ੍ਹ ਜਾਂਦਾ ਹੈ ਜਿਵੇਂ ਪੰਛੀ ਹੁੰਦੇ ਆ, ਕਦੇ ਪਤਾਲ 'ਚ ਥੱਲੇ ਡਿੱਗ ਪੈਂਦਾ ਹੈ, ਕਦੇ ਬ੍ਰਹਮ ਲੋਕ ਸਵਰਗਾਂ ਵਿੱਚ ਜਾ ਬਹਿੰਦਾ ਹੈ ਤੇ ਕਦੇ ਪਤਾਲ ਟੇਢੀਆਂ ਜੂਨਾਂ 'ਚ ਜਾ ਬਹਿੰਦਾ ਹੈ। ਇਸ ਪ੍ਰਕਾਰ ਦੀ ਹਾਲਤ ਹੈ ਇਸ ਨਿਮਾਣੇ ਜੀਵ ਦੀ। ਕਬਹੂ ਬੇਤਾ ਬ੍ਰਹਮ ਵਿਚਾਰ। ਕਦੇ ਕਦੇ ਤਾਂ ਸਤਿਗੁਰੂ ਫਰਮਾਉਂਦੇ ਇਹ ਬ੍ਰਹਮ ਦੀ ਵਿਚਾਰ ਵਾਲਾ ਬੇਤਾ ਜਾਣੂ ਬਣ ਜਾਂਦਾ ਹੈ। ਨਾਨਕ ਆਪ ਮਿਲਾਵਣ ਹਾਰ। ਜਦੋਂ ਇਹੋ ਜਿਹਾ ਬਣ ਜਾਂਦਾ ਉਦੋਂ ਪਰਮੇਸ਼ਰ ਆਪ ਹੀ ਮਿਲਾਉਣ ਵਾਲਾ ਨਾਲ ਮੇਲ ਲੈਂਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ, ਕਬਹੂ ਨਿਰਤ ਕਰੈ ਬਹੁ ਭਾਤ। ਕਦੇ ਸਾਧ ਸੰਗਤ ਜੀ ਬਹੁਤ ਤਰ੍ਹਾਂ ਨੱਚਦਾ ਹੀ ਰਹਿੰਦਾ, ਨਾਚਾ ਬਣ ਬਣ ਕੇ ਕਦੇ ਨਿਰਣੈ ਹੀ ਕਰਦਾ ਰਹਿੰਦਾ ਬਹੁਤ ਤਰ੍ਹਾਂ ਦੇ। ਕਬਹੂ ਸੋਇ ਰਹਿ ਦਿਨ ਰਾਤ। ਕਦੇ ਰਾਤ ਦਿਨ ਆਲਸ ਦਾ ਭਰਿਆ ਹੋਇਆ ਸੁੱਤਾ ਹੀ ਰਹਿੰਦਾ ਹੈ। ਕਬਹੂ ਮਹਾ ਕ੍ਰੋਧ ਬਿਕਰਾਲ। ਕਦੇ ਕਦੇ ਤਾਂ ਬੜਾ ਐਸਾ ਕਰੋਧੀ ਹੁੰਦਾ, ਬਿਕਰਾਲ ਅਤਿਅੰਤ ਭਿਆਨਕ ਕਰੋਧੀ ਹੋ ਜਾਂਦਾ, ਡਰ ਦੇਣ ਵਾਲਾ ਬਣ ਜਾਂਦਾ। ਕਬਹੂ ਸਰਬ ਕੀ ਹੋਤ ਰਵਾਲ। ਸਿਰਫ ਇਸ ਜਗ੍ਹਾ 'ਤੇ ਹੁਣ ਟਿੱਪੀ ਆਈ ਹੈ। ਕੱਕਾ ਬੱਬਾ ਹਾਹੇ ਨੂੰ ਦਲੌਂਕੜ ਉੱਪਰ ਹਾਹੇ ਨੂੰ ਟਿੱਪੀ ਹੈ। ਇਸ ਨੂੰ ਅਸੀਂ ਨੱਕ ਵਿੱਚ ਪੜ੍ਹਨਾ ਹੈ। ਇਸ ਨੂੰ ਪੜ੍ਹਨਾ ਹੈ ਕਬਹੂ। ਕਬਹੂ ਸਰਬ ਕੀ ਹੋਤ ਰਵਾਲ। ਕਦੇ ਇੰਨੀ ਗਰੀਬੀ 'ਚ ਆਉਂਦਾ ਹੈ ਸਾਰਿਆਂ ਦੀ ਰਵਾਲ ਧੂੜ ਬਣ ਜਾਂਦਾ ਹੈ। ਕਬਹੂ ਹੋਏ ਬਹਿ ਬੜ ਰਾਜਾ। ਕਦੇ ਵੱਡਾ ਬਾਦਸ਼ਾਹ ਬਣ ਕੇ ਬੈਠ ਜਾਂਦਾ ਹੈ। ਕਬਹੁ ਭੇਖਾਰੀ ਨੀਚ ਕਾ ਸਾਜਾ। ਇੱਥੇ ਫਿਰ ਖਿਆਲ ਰੱਖਣ ਯੋਗ ਗੱਲ ਹੈ ਕਿ ਭਾਈ ਦਲੌਂਕੜ ਔਂਕੜ ਇਹਨਾਂ ਦਾ ਖਿਆਲ ਰੱਖਣਾ ਹੈ। ਹੁਣ ਇੱਥੇ ਸਤਿਗੁਰਾਂ ਨੇ ਦਲੌਂਕੜ ਵੀ ਨਹੀਂ ਲਾਇਆ, ਟਿੱਪੀ ਵੀ ਨਹੀਂ ਲਾਈ, ਇੱਥੇ ਕੱਲਾ ਔਂਕੜ ਹੈ। ਕੱਕਾ ਬੱਬਾ ਹਾਹੇ ਨੂੰ ਔਂਕੜ ਹੈ, ਇੱਥੇ ਕਬਹੂ ਵੀ ਨਹੀਂ ਪੜ੍ਹਨਾ, ਇੱਥੇ ਕਬਹੁ। ਕਬਹੁ ਭੇਖਾਰੀ ਨੀਚ ਕਾ ਸਾਜਾ। ਕਦੇ ਮੰਗਤਾ ਬਣ ਕੇ ਨੀਵਾਂ ਬਣ ਜਾਂਦਾ ਇਹ ਜੀਵ, ਨੀਚਾਂ ਦੇ ਸਾਜ਼ ਕਰਨ ਲੱਗ ਜਾਂਦਾ। ਕਬਹੂ ਅਪਕੀਰਤ ਮਹਿ ਆਵੈ। ਕਦੇ ਕੀਰਤ ਤੋਂ ਆਪ ਉਲਟ ਨਿੰਦਿਆ ਵਿੱਚ ਆ ਜਾਂਦਾ, ਲੋਕ ਨਿੰਦਿਆ ਕਰਨ ਲੱਗ ਜਾਂਦੇ ਇਸ ਦੀ। ਕਬਹੂ ਭਲਾ ਭਲਾ ਕਹਾਵੈ। ਭਾਈ ਕਦੇ ਪੁੰਨੀ ਪੁਰਖਾਂ ਦੀ ਸੰਗਤ ਕਰਕੇ ਭਲਾ ਭਲਾ ਕਹਾਉਣ ਲੱਗ ਜਾਂਦਾ ਇਹ ਜੀਵ। ਜਿਉ ਪ੍ਰਭ ਰਾਖੈ ਤਿਵ ਹੀ ਰਹੈ। ਉਹ ਪਰਮੇਸ਼ਰ ਸੁਤੰਤਰ ਹੈ, ਇਹ ਕਰਮਾਂ ਦੇ ਅਧੀਨ ਹੈ ਜੀਵ। ਜਿਵੇਂ ਮਹਾਰਾਜ ਸਾਹਿਬ ਰੱਖਦਾ ਉਵੇਂ ਰਹਿੰਦਾ ਹੈ। ਗੁਰ ਪ੍ਰਸਾਦ ਨਾਨਕ ਸੱਚ ਕਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਕੇ
ਇਹ ਸੱਚੇ ਬਚਨ ਕਹਿੰਦੇ ਹਾਂ। ਕਬਹੂ ਹੋਏ ਪੰਡਤ ਕਰੇ ਬਖਿਆਨ। ਸਤਿਗੁਰੂ ਜੀ ਫਰਮਾਉਂਦੇ ਹਨ, ਕਦੇ ਕਦੇ ਵਿਦਿਆ ਪੜ੍ਹ ਕੇ, 4 ਪੋਥੀਆਂ ਪੜ੍ਹ ਕੇ ਵਿਦਵਾਨ ਵੀ ਬਣ ਜਾਂਦਾ ਹੈ ਤੇ ਬੜੀਆਂ ਬੜੀਆਂ ਚਰਚਾ ਵਿਖਿਆਨ ਕਰਨ ਲੱਗ ਜਾਂਦਾ ਹੈ, ਸਭ ਬੰਨ ਕੇ। ਕਬਹੂ ਮੋਨ ਧਾਰੀ ਲਾਵੈ ਧਿਆਨ। ਸਤਿਗੁਰੂ ਜੀ ਫਰਮਾ ਰਹੇ ਆ, ਕਿਤੇ ਤਾਂ ਵਿਦਵਾਨ ਬਣਦਾ ਹੈ, ਲੋਕਾਂ ਵਿੱਚ ਚਰਚਾ ਕਰਦਾ ਹੈ, ਪਰ ਕਦੇ ਕਦੇ ਮੌਨ ਵੀ ਧਾਰ ਲੈਂਦਾ ਹੈ, ਕਿਤੇ ਬੋਲਦਾ ਹੀ ਨਹੀਂ, ਬੁੱਲ ਹੀ ਨਹੀਂ ਹਿਲਾਉਂਦਾ, ਆਪਣੀ ਧਿਆਨ ਲਾ ਕੇ ਬੈਠ ਜਾਂਦਾ ਹੈ। ਕਬਹੂ ਤਟ ਤੀਰਥ ਇਸਨਾਨ। ਕਦੇ ਤੀਰਥਾਂ ਦੇ ਕਿਨਾਰਿਆਂ ਤੇ ਜਾ ਬਹਿੰਦਾ ਹੈ ਤੇ ਤੀਰਥਾਂ ਦੇ ਵਿੱਚ ਇਸ਼ਨਾਨ ਹੀ ਕਰਦਾ ਰਹਿੰਦਾ ਹੈ। ਕਬਹੂ ਸਿੱਧ ਸਾਧਕ ਮੁਖ ਗਿਆਨ। ਕਦੇ ਸਿੱਧਾਂ ਦੀ ਸੰਗਤ ਕਰਕੇ ਰਿੱਧੀਆਂ ਸਿੱਧੀਆਂ ਵਾਲਾ ਕਹਾਉਂਦਾ ਹੈ, ਕਦੇ ਸਾਧਕ ਸਾਧਨਾ ਕਰਨ ਵਾਲਾ ਕਹਾਉਂਦਾ ਹੈ, ਕਦੇ ਮੁਖ ਦਾ ਗਿਆਨ ਘੋਟਣ ਵਾਲਾ ਬਣ ਜਾਂਦਾ, ਤੱਤਾਂ ਦਾ ਗਿਆਨੀ ਕਹਾਉਂਦਾ ਹੈ। ਕਬਹੂ ਕੀਟ ਹਸਤ ਪਤੰਗ ਹੋਏ ਜੀਆ। ਭਾਈ ਕਦੇ ਕਹਿੰਦੇ ਕੀਟ ਜਿਹੜੇ ਪੈਰਾਂ ਹੇਠ ਰੁਲਣ ਵਾਲੇ ਜੀਵ ਹਨ, ਉਹਨਾਂ ਵਰਗਾ ਬਣ ਜਾਂਦਾ ਹੈ। ਕਦੇ ਪਤੰਗ ਪਰਵਾਨੇ ਦੀਵਿਆਂ ਤੇ ਸੜਨ ਵਾਲਾ ਬਣ ਜਾਂਦਾ ਹੈ। ਕਦੇ ਹਾਥੀਆਂ ਦੀਆਂ ਜੂਨਾਂ ਵੱਡੀਆਂ ਵੱਡੀਆਂ ਧਾਰ ਲੈਂਦਾ, ਕਦੇ ਜੀਆ ਸਰਪ ਆਦਿਕਾਂ ਦੀਆਂ ਜੂਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਅਨਕ ਜੋਨ ਭਰਮੈ ਭਰਮੀਆ। ਇਸ ਪ੍ਰਕਾਰ ਭਰਮ ਦਾ ਭਰਮੀਆਂ ਭਰਮਾਇਆ ਹੋਇਆ ਅਨੇਕਾਂ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਨਾਨਾ ਰੂਪ ਜਿਉ ਸਵਾਗੀ ਦਿਖਾਵੈ। ਜਦੋਂ ਕੋਈ ਸਾਧ ਸੰਗਤ ਜੀ ਸਵਾਂਗੀ ਸਵਾਂਗ ਧਾਰ ਕੇ ਅਨੇਕ ਤਰ੍ਹਾਂ ਦੇ ਰੂਪ ਵਿਖਾਵੇ, ਜਿਉ ਪ੍ਰਭ ਭਾਵੈ ਤਿਵੈ ਨਚਾਵੈ। ਹੈ ਤਾਂ ਚੇਤਨਤਾ ਦੇ ਆਸਰੇ ਹੀ, ਪ੍ਰਤੱਖ ਚੇਤਨ ਇਹ ਜਿਉਂ ਵਾਹਿਗੁਰੂ ਨੂੰ ਭਾਉਂਦਾ, ਉਵੇਂ ਨਿਰਤਕਾਰੀਏ ਤੋਂ ਨਿਰਣੈ ਰੂਪ ਕਰਾਈ ਜਾਂਦਾ। ਜੂਨਾਂ ਵਿੱਚ ਭਟਕਣ ਰੂਪ, ਜੋ ਤਿਸ ਭਾਵੈ ਸੋਈ ਹੋਏ। ਜੋ ਤਿਸ ਵਾਹਿਗੁਰੂ ਨੂੰ ਭਾਉਂਦਾ ਹੈ, ਭਾਈ ਉਹ ਹੀ ਹੁੰਦਾ ਹੈ। ਨਾਨਕ ਦੂਜਾ ਅਵਰ ਨ ਕੋਇ। ਦੂਸਰਾ ਇਸ ਅਸਥਾਨ 'ਚ ਹੋਰ ਕੋਈ ਸਮਰੱਥ ਨਹੀਂ ਉਸ ਵਾਹਿਗੁਰੂ ਤੋਂ ਬਿਨਾਂ। ਕਬਹੂ ਸਾਧ ਸੰਗਤ ਇਹੋ ਪਾਵੈ। ਮਹਾਰਾਜ ਇਹ ਭਟਕਦਾ ਹੀ ਰਹਿੰਦਾ ਹੈ 84 ਲੱਖ ਜੂਨ 'ਚ, ਕਦੇ ਛੁਟਕਾਰਾ ਵੀ ਹੋ ਸਕਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ, ਹੇ ਭਾਈ, ਕਦੇ ਇਹਦੇ ਪੁੰਨਾਂ ਦਾ ਪ੍ਰੇਰਿਆ ਹੋਇਆ ਸਾਧੂਆਂ ਦੀ, ਜਿਨ੍ਹਾਂ ਮਨ ਨੂੰ ਸਾਧਿਆ ਹੋਇਆ ਹੈ, ਸਾਧਾਂ ਦੀ ਸੰਗਤ ਕਰ ਲਵੇਗਾ। ਜਿਨ੍ਹਾਂ ਨੇ ਮਨ ਨੂੰ ਸਾਧਿਆ ਹੈ, ਉਹ ਸੰਗਤ ਵਿੱਚ ਪਾ ਲਵੇ ਜੀਵ। ਉਸ ਅਸਥਾਨ ਤੇ ਬਹੁਰ ਨ ਆਵੈ। ਉਸ ਨੂੰ ਸੰਗਤ ਦੁਆਰਾ ਉਹ ਤੁਰਿਆ ਪਦ ਰੂਪੀ ਥਾਂ, ਸੱਚਖੰਡ ਰੂਪੀ ਥਾਂ ਪ੍ਰਾਪਤ ਹੋ ਜਾਂਦਾ। ਮੁੜ ਕੇ ਫੇਰ ਜੂਨਾਂ 'ਚ ਹੀ ਆਉਂਦਾ, ਮੁਕਤ ਹੋ ਜਾਂਦਾ ਹੈ। ਅੰਤਰ ਹੋਏ ਗਿਆਨ ਪਰਗਾਸ। ਉਹਦੇ ਅੰਦਰ ਸਾਧ ਸੰਗਤ ਜੀ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਸ ਅਸਥਾਨ ਕਾ ਨਹੀਂ ਬਿਨਾਸ। ਐਸਾ ਉਹ ਅਸਥਾਨ ਹੈ, ਗਿਆਨ ਜਦੋਂ ਹੋ ਜਾਂਦਾ ਸਰੂਪ ਦਾ, ਤਹਾ ਸੰਗਤ ਸਾਧ ਗੁਣ ਰਸੈ, ਅਨਭਉ ਨਗਰ ਤਹਾ ਸਦ ਵਸੈ। ਭਗਤ ਵਸੈ ਕੀਰਤਨ ਆਧਾਰੀ। ਉਸ ਸਥਾਨ ਦਾ ਕਦੇ ਨਾਸ਼ ਨਹੀਂ ਹੁੰਦਾ, ਇੱਕ ਰਸ ਉਸ ਸਰੂਪ ਵਿੱਚ ਵਸ ਜਾਂਦਾ ਹੈ। ਉੱਥੇ ਜੰਮਣ ਨਹੀਂ, ਮਰਨ ਨਹੀਂ, ਆਵਾ ਨਹੀਂ, ਗਾਉਣ ਨਹੀਂ। ਉਹ ਸਥਾਨ ਸਰੂਪ ਰੂਪੀ ਥਾਂ ਹੈ।
ਮਨ ਤਨ ਨਾਮ ਰਤੇ ਇਕ ਰੰਗ। ਇਹ ਪ੍ਰਾਪਤ ਕਿਹਨਾਂ ਨੂੰ ਹੁੰਦਾ ਹੈ? ਜਿਹੜੇ ਮਨ ਕਰਕੇ ਤਨ ਕਰਕੇ ਇੱਕ ਨਾਮ ਰੂਪ ਵਿੱਚ ਰੰਗੇ ਹੋਏ ਆ। ਇੱਕ ਰੰਗ ਯਕ ਰੰਗ ਹੋ ਗਏ, ਇੱਕੋ ਹੀ ਰੂਪ ਹੋ ਗਏ ਪਰਮੇਸ਼ਰ 'ਚ ਮਿਲ ਕੇ। ਸਦਾ ਬਸਹਿ ਪਾਰ ਬ੍ਰਹਮ ਕੈ ਸੰਗ। ਉਹ ਪਾਰ ਬ੍ਰਹਮ ਦੇ ਨਾਲ ਅਭੇਦ 'ਚ ਜਿਵੇਂ ਨਦੀਆਂ ਨਾਲੇ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਰੂਪ ਹੋ ਜਾਂਦੇ ਆ, ਇਵੇਂ ਉਹ ਵੀ ਸਦਾ ਪਰਮੇਸ਼ਰ ਦੇ ਨਾਲ ਹੀ ਵਸ ਰਹਿੰਦੇ ਹਨ। ਜਿਉ ਜਲ ਮਹਿ ਜਲ ਆਏ ਖਟਾਨਾ। ਜਿਵੇਂ ਗੰਗਾ ਆਦਿਕ ਸਾਰੀਆਂ 999 ਨਦੀਆਂ ਹਿੰਦੁਸਤਾਨ ਦੀਆਂ ਸਮੁੰਦਰ ਵਿੱਚ ਆ ਕੇ ਮਿਲ ਜਾਂਦੀਆਂ, ਜਿਵੇਂ ਜਲ ਵਿੱਚ ਜਲ ਆ ਕੇ ਖਟਾਨਾ ਨਾਲ ਮਿਲ ਜਾਂਦਾ ਹੈ, ਤਿਉ ਜੋਤੀ ਸੰਗ ਜੋਤ ਸਮਾਨਾ। ਇਸ ਤਰ੍ਹਾਂ ਵਾਹਿਗੁਰੂ ਦੀ ਜੋਤ ਦੇ ਨਾਲ ਜਿਹੜੀ ਪਰਤਕ ਜੋਤ ਆ, ਵੱਖੋ ਵੱਖਰੀ ਸਾਡੇ ਅੰਤঃਕਰਣ 'ਚ ਕੰਮ ਕਰਦੀ, ਭਿੰਨ ਭਿੰਨ ਇਹ ਪਰਤਕ ਜੋਤ ਉਸ ਜੋਤੀ ਵਿੱਚ ਸਮਾ ਜਾਂਦੀ ਹੈ, ਭਾਵ ਅਭੇਦ ਹੋ ਜਾਂਦੀ ਹੈ। ਮਿਟ ਗਏ ਗਮਨ ਪਾਏ ਬਿਸਰਾਮ। ਫਿਰ ਉਹਨਾਂ ਦੇ ਗਮਨ 84 ਦਾ ਜਿਹੜਾ ਵਿਚਰਨਾ ਹੈ, ਭਰਮਣਾ ਹੈ, ਇਹ ਜੂਨਾਂ ਦਾ ਮਿਟ ਜਾਂਦਾ ਹੈ। ਬਿਸਰਾਮ ਰੂਪ ਬਿਸਰਾਮ ਸਰੂਪ ਵਿੱਚ ਟਿਕਾਓ ਪਾ ਲਿਆ, ਸਥਿਤੀ ਪਾ ਲੈਂਦੇ ਹਨ। ਨਾਨਕ ਪ੍ਰਭ ਕੈ ਸਦ ਕੁਰਬਾਨ। ਸਤਿਗੁਰੂ ਸਾਹਿਬ ਜੀ ਕਹਿੰਦੇ, ਉਹ ਗੁਰਮੁਖ ਉਸ ਵਾਹਿਗੁਰੂ ਦੇ ਸੈਂਕੜੇ ਵਾਰੀ ਕੁਰਬਾਨ ਜਾਂਦੇ ਆ, ਜਿਹੜਾ ਆਪ ਦੇ ਪਿਆਰਿਆਂ ਨੂੰ ਸੰਗਤ ਦੁਆਰਾ ਮੇਲ ਲੈਂਦਾ ਹੈ, ਜੂਨਾਂ ਵਿੱਚ ਫਿਰ ਭਰਮਣ ਨਹੀਂ ਦਿੰਦਾ ਹੈ। ਸੋ ਸਾਧ ਸੰਗਤ ਜੀ, ਇਹ ਸੀ 11 ਅਸ਼ਟਪਦੀਆਂ ਤੱਕ 11ਵੀਂ ਅਸ਼ਟਪਦੀ ਦੀ ਵਿਚਾਰ ਸੰਪੂਰਨਤਾ ਹੋਈ ਹੈ। ਸੋ ਕੱਲ੍ਹ ਤੋਂ ਅਸੀਂ 12ਵੀਂ ਅਸ਼ਟਪਦੀ ਦੀ ਵਿਚਾਰ ਪ੍ਰਾਰੰਭ ਕਰਾਂਗੇ। ਸੋ ਇਤਨੀ ਕੋ ਟਿਊਕ ਮਾਤਰ ਵਿਚਾਰ, ਸਰਲ ਵਿਚਾਰ ਸਤਿਗੁਰਾਂ ਜੋ ਆਪ ਵਿੱਚ ਵਰਤ ਕੇ ਇਹ ਰਿਕਾਰਡ ਹੋ ਰਹੀ ਹੈ। ਸੋ ਆਪ ਸੰਗਤਾਂ ਰਲ ਮਿਲ ਕਰਕੇ ਲਾਹੇ ਲੈਣੇ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ ਆਪ ਸਰਬੱਤ ਸੰਗਤ ਦਾ, ਬਹੁਤ ਬਹੁਤ ਧੰਨਵਾਦ, ਕੋਟਨ ਕੋਟਾਨ ਧੰਨਵਾਦ, ਸ਼ੁਕਰੀਆ ਸੱਚੇ ਪਿਤਾ ਵਾਹਿਗੁਰੂ ਅਕਾਲ ਪੁਰਖ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਹੜੇ ਐਸੀ ਪਰਮੇਸ਼ਰ ਸਰੂਪ ਸਤਿਗੁਰੂ ਸੇਵਾ ਲੈ ਰਹੇ ਹਨ। ਬਹੁਤ ਬਹੁਤ ਧੰਨਵਾਦ। ਸੋ ਆਓ ਗੁਰਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਸਿਮਰਨ ਕਰਦੇ ਹਾਂ, ਰਿਕਾਰਡਿੰਗ ਦੀ ਸੇਵਾ ਕਰਦੇ ਹਾਂ। ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ। ਅਸੀਂ ਤੁਛ ਜੀਵ ਹਾਂ, ਗਲਤੀਆਂ ਹੋ ਜਾਣਾ ਸੁਭਾਵਿਕ ਹਨ। ਆਪ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਬਖਸ਼ ਲੈਣ, ਚੜ੍ਹਦੀ ਕਲਾ ਬਖਸ਼ਣ, ਨਾਮ ਦੀਆਂ ਦਾਤਾਂ ਬਖਸ਼ਣ, ਤਾਂ ਕਿ ਇਹ ਜੋ ਮਹਾਮਾਰੀ ਦਾ ਸਮਾਂ ਚੱਲ ਰਿਹਾ ਹੈ, ਸਤਿਗੁਰੂ ਜੀ ਅੱਗੇ ਅਸੀਂ ਸਾਰੇ ਰਲ ਮਿਲ ਕੇ ਅਰਦਾਸ ਕਰੀਏ। ਸਤਿਗੁਰੂ ਜੀ ਕਿਰਪਾ ਕਰੋ, ਮਿਹਰ ਕਰੋ, ਦਇਆ ਕਰੋ, ਮੇਰੇ ਮਾਲਕ ਜੀ ਕਿਰਪਾ ਕਰੋ, ਇਹਨਾਂ ਦੁੱਖਾਂ ਕਲੇਸ਼ਾਂ ਪਾਪਾਂ ਤੋਂ ਬਚਾ ਕੇ ਰੱਖਣਾ, ਆਪਣੇ ਨਾਮ ਬੰਦਗੀ ਦੇ ਵਿੱਚ ਲਾ ਕੇ ਰੱਖਣਾ। ਸੋ ਆਓ ਇਸ 11ਵੀਂ ਅਸ਼ਟਪਦੀ ਦੀਆਂ ਸੰਪੂਰਨਤਾ ਵਾਲੀਆਂ ਅਸੀਂ ਪੰਕਤੀਆਂ ਫਿਰ ਤੋਂ ਪੜ੍ਹ ਸੁਣ ਲਈਏ ਜੀ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।